ਸਾਖੀ ਭਾਈ ਕਟਾਰੂ ਜੀ। ਜੋ ਵਿਅਕਤੀ ਈਸ਼ਵਰ ਅਤੇ ਗੁਰੂ ਵਿੱਚ ਅਟੁੱਟ ਸ਼ਰਧਾ, ਭਗਤੀ ਅਤੇ ਵਿਸ਼ਵਾਸ ਰੱਖਦਾ ਹੈ ਅਤੇ ਡਗਮਗਾਉਂਦਾ ਨਹੀਂ, ਤਾਂ ਸਮਝੋ ਕਿ ਈਸ਼ਵਰ ਆਪ ਉਸ ਦੀ ਰੱਖਿਆ ਕਰਨ ਲਈ ਗੁਰੂ ਰੂਪ ਵਿੱਚ ਮੌਜੂਦ ਜਾਂ ਕਿਸੇ ਹੋਰ ਰੂਪ ਵਿੱਚ ਮੌਜੂਦ ਹੋ ਕੇ ਉਸ ਦੀ ਸਹਾਇਤਾ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਇਸ ਸਾਖੀ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਅਫਗਾਨਿਸਤਾਨ ਵੱਲੋਂ ਸਿੱਖਾਂ ਦਾ ਇੱਕ ਕਾਫਿਲਾ ਦਰਸ਼ਨਾਂ ਲਈ ਮੌਜੂਦ ਹੋਇਆ। ਇਸ ਕਾਫਿਲੇ ਦੇ ਇੱਕ ਸਿੱਖ ਭਾਈ ਕਟਾਰੂ ਜੀ ਨੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਕਿ ਹੇ ਗੁਰਦੇਵ, ਮੈਨੂੰ ਜੀਵਨ ਜੁਗਤੀ ਦੱਸੋ ਜਿਸ ਦੇ ਨਾਲ ਪੁਨਰ ਜਨਮ ਦਾ ਚੱਕਰ ਖਤਮ ਹੋ ਜਾਵੇ। ਜਵਾਬ ਵਿੱਚ ਗੁਰੂ ਜੀ ਨੇ ਕਿਹਾ, ਸ਼ੁਭ ਕਰਮ ਹੀ ਜੰਮਣ ਮਰਨ ਦੇ ਚੱਕਰ ਵੱਲੋਂ ਛੁਟਕਾਰਾ ਦਿਲਵਾ ਸਕਦੇ ਹਨ। ਧਰਮ ਦੀ ਕਿਰਤ ਕਰਨੀ ਚਾਹੀਦੀ ਹੈ, ਯਾਨੀ ਜੀਵਿਕਾ ਅਰਜਿਤ ਕਰਦੇ ਸਮੇਂ ਧੋਖਾ ਫਰੇਬ ਨਹੀਂ ਕਰਨਾ ਚਾਹੀਦਾ। ਭਾਈ ਕਟਾਰੂ ਜੀ ਨੇ ਗੁਰੂ ਉਪਦੇਸ਼ ਨੂੰ ਗੱਠ ਵਿੱਚ ਬੰਨ੍ਹ ਲਿਆ। ਉਹ ਆਪਣੇ ਦੇਸ਼ ਪਰਤ ਕਰ ਆਪਣੇ ਕਾਰਜ ਖੇਤਰ ਵਿੱਚ ਬਹੁਤ ਇਮਾਨਦਾਰ ਹੋ ਗਏ। ਉਹਨਾਂ ਦੀ ਨਿਯੁਕਤੀ ਸਰਕਾਰੀ ਭੰਡਾਰ ਵਿੱਚ ਸੀ, ਜਿੱਥੇ ਜਨਤਾ ਨੂੰ ਉਚਿਤ ਮੁੱਲ ਉੱਤੇ ਰਸ਼ਦ ਵੰਡ ਕੀਤੀ ਜਾਂਦੀ ਸੀ। ਉਹਨਾਂ ਦੇ ਸਹਿਕਰਮੀ ਉਹਨਾਂ ਦੀ ਇਸ ਇਮਾਨਦਾਰੀ ਉੱਤੇ ਅਸੰਤੁਸ਼ਟ ਹੋ ਗਏ, ਕਿਉਂਕਿ ਉਹ ਨਾ ਤਾਂ ਬੇਈਮਾਨੀ ਕਰਦੇ ਅਤੇ ਨਾ ਹੀ ਕਿਸੇ ਨੂੰ ਕਰਨ ਦਿੰਦੇ। ਇਸ ਲਈ ਉਹ ਸਹਿਕਰਮੀਆਂ ਦੀਆਂ ਅੱਖਾਂ ਵਿੱਚ ਚੁਭਣ ਲੱਗੇ। ਇੱਕ ਦਿਨ ਸਹਿਕਰਮੀਆਂ ਨੇ ਮਿਲ ਕੇ ਭਾਈ ਕਟਾਰੂ ਜੀ ਦੇ ਵਿਰੁੱਧ ਛੜਯੰਤਰ ਰਚਿਆ। ਉਹਨਾਂ ਦੇ ਤੋਲ ਵਾਲੇ ਵੰਡ ਇਸ ਅੰਦਾਜ਼ ਵਿੱਚ ਬਦਲ ਦਿੱਤੇ ਗਏ ਕਿ ਉਹਨਾਂ ਨੂੰ ਇਸ ਗੱਲ ਦਾ ਕੋਈ ਸੰਦੇਸ਼ਾ ਨਹੀਂ ਹੋਇਆ। ਭਾਈ ਜੀ ਦੇ ਵੰਡ ਪੂਰੇ ਭਾਰ ਦੇ ਸਨ, ਪਰ ਹੁਣ ਉਸ ਵਿੱਚ 25 ਗ੍ਰਾਮ ਦੀ ਕਮੀ ਹੋ ਗਈ ਸੀ। ਪਰ ਭਾਈ ਜੀ ਇਸ ਵਿਸ਼ੇ ਵਿੱਚ ਅਣਜਾਣ ਸਨ। ਛੜਯੰਤਰਕਾਰੀਆਂ ਨੇ ਕਿਸੇ ਗਾਹਕ ਵੱਲੋਂ ਹਾਕਿਮ ਨੂੰ ਸ਼ਿਕਾਇਤ ਕੀਤੀ ਕਿ ਤੁਹਾਡਾ ਭੰਡਾਰੀ ਤੋਲ ਵਿੱਚ ਹੇਰਾਫੇਰੀ ਕਰਦਾ ਹੈ, ਉਸ ਨੇ ਵਾਟਾਂ ਵਿੱਚ ਕਟੌਤੀ ਕੀਤੀ ਹੋਈ ਹੈ। ਬਸ ਫਿਰ ਕੀ ਸੀ, ਅਧਿਕਾਰੀ ਨੇ ਭਾਈ ਕਟਾਰੂ ਜੀ ਨੂੰ ਉਹਨਾਂ ਦੇ ਵਾਟਾਂ ਸਹਿਤ ਦਫ਼ਤਰ ਵਿੱਚ ਸੱਦ ਲਿਆ ਅਤੇ ਉਹਨਾਂ ਦੇ ਵਾਟ ਦੂਜੇ ਵਾਟਾਂ ਦੀ ਤੁਲਨਾ ਲਈ ਬਰਾਬਰ ਤਰਾਜ਼ੂ ਉੱਤੇ ਪਲਟ ਕੇ ਤੋਲ ਕੇ ਵੇਖੇ ਗਏ, ਪਰ ਉਹ ਪੂਰੇ ਨਿਕਲੇ। ਛੜਯੰਤਰਕਾਰੀਆਂ ਦੀ ਚਾਲ ਨਿਸਫਲ ਹੋ ਗਈ ਅਤੇ ਉਹਨਾਂ ਨੂੰ ਝੂਠੀ ਸ਼ਿਕਾਇਤ ਉੱਤੇ ਬਹੁਤ ਫਟਕਾਰ ਮਿਲੀ। ਹੋਇਆ ਐਵੇਂ ਜਿਵੇਂ ਹੀ ਭਾਈ ਕਟਾਰੂ ਜੀ ਨੂੰ ਅਹਿਸਾਸ ਹੋਇਆ ਕਿ ਮੈਂ ਫਸਣ ਜਾ ਰਿਹਾ ਹਾਂ, ਉਹਨਾਂ ਨੇ ਗੁਰੂ ਚਰਨਾਂ ਵਿੱਚ ਅਰਦਾਸ ਕਰ ਦਿੱਤੀ। ਉਹ ਸੱਚ ਉੱਤੇ ਆਧਾਰਿਤ ਜੀਵਨ ਵਿਆਪਤ ਕਰ ਰਹੇ ਸਨ। ਜੇਕਰ ਮੈਂ ਇਸ ਸਮੇਂ ਛੜਯੰਤਰਕਾਰੀਆਂ ਦਾ ਸ਼ਿਕਾਰ ਹੋ ਜਾਂਦਾ ਹਾਂ ਤਾਂ ਸਾਰਿਆਂ ਨੇ ਮੈਨੂੰ ਨਹੀਂ ਤੁਹਾਨੂੰ ਭੈੜਾ ਕਹਿਣਾ ਹੈ, ਕਿਉਂਕਿ ਮੈਂ ਤੁਹਾਡਾ ਚੇਲਾ ਹਾਂ ਅਤੇ ਲੋਕਾਂ ਨੇ ਕਹਿਣਾ ਹੈ ਵੱਡਾ ਗੁਰੂ ਵਾਲਾ ਬਣਦਾ ਫਿਰਦਾ ਹੈ। ਕਰਤੂਤਾਂ ਵੇਖੋ, ਬੇਈਮਾਨੀ ਹੀ ਇਸ ਦਾ ਲਕਸ਼ ਹੈ। ਮੇਰੇ ਵੱਲੋਂ ਤੁਹਾਡੀ ਨਿੰਦਿਆ ਸਹਿਣ ਨਹੀਂ ਹੋਵੇਗੀ। ਕਿਰਪਾ ਕਰੋ, ਤੁਸੀਂ ਪੂਰਨ ਪੁਰਖ ਸਾਖਸ਼ਾਤ ਪ੍ਰਭੂ ਵਿੱਚ ਅਭੇਦ ਹੋ। ਤੁਸੀਂ ਆਪਣੇ ਵਿਰਦ ਦੀ ਲਾਜ ਰੱਖੋ। ਦੂਸਰੀ ਤਰਫ ਉਸ ਸਮੇਂ ਗੁਰੂ ਜੀ ਦਾ ਦਰਬਾਰ ਸਜਿਆ ਹੋਇਆ ਸੀ। ਭਗਤਗਣ ਦੀ ਸੱਚੇ ਦਿਲ ਦੀ ਪੁਕਾਰ ਸਮਰੱਥ ਗੁਰੂ ਤੱਕ ਪਹੁੰਚੀ। ਗੁਰੂ ਜੀ ਸੁਚੇਤ ਹੋਏ ਅਤੇ ਉਹਨਾਂ ਨੇ 5 ਪੈਸੇ ਆਪਣੀ ਹਥੇਲੀ ਉੱਤੇ ਰੱਖੇ, ਜੋ ਕਿ ਕੁਝ ਪਲ ਪਹਿਲਾਂ ਹੀ ਇੱਕ ਸਿੱਖ ਉਹਨਾਂ ਨੂੰ ਆਪਣੀ ਧਰਮ ਦੀ ਕਿਰਤ ਵਿੱਚੋਂ ਦਰਸ਼ਨ ਭੇਟ ਰੂਪ ਵਿੱਚ ਦੇ ਗਿਆ ਸੀ। ਕੁਝ ਪਲ ਬਾਅਦ ਉੱਥੇ ਹੀ 5 ਮੋਟੇ ਤਾਂਬੇ ਦੇ ਸਿੱਕੇ ਦੂਜੀ ਹਥੇਲੀ ਉੱਤੇ ਰੱਖੇ, ਜਿਵੇਂ ਕਿਸੇ ਤਰਾਜ਼ੂ ਦਾ ਪਕਸ਼ੂ ਵੇਖ ਰਹੇ ਹੋਣ। ਗੁਰੂ ਜੀ ਪੈਸੇ ਵੱਲੋਂ ਉਪਰਾਮ ਹੀ ਰਹਿੰਦੇ ਸਨ, ਪਰ ਅੱਜ ਸੰਗਤ ਕੁਝ ਹੋਰ ਹੀ ਵੇਖ ਰਹੀ ਸੀ। ਉਸ ਸਮੇਂ ਸਾਹਸ ਬਟੋਰ ਕੇ ਇੱਕ ਸਿੱਖ ਨੇ ਪੁੱਛ ਹੀ ਲਿਆ, ਅੱਜ ਤੁਸੀਂ ਇੱਕ ਵਿਸ਼ੇਸ਼ ਚੇਲੇ ਦੀ ਭੇਂਟ ਵੱਲੋਂ ਇੰਨਾ ਲਗਾਵ ਕਿਉਂ ਕਰ ਰਹੇ ਹੋ, ਜਦੋਂ ਕਿ ਤੁਸੀਂ ਮਾਇਆ ਨੂੰ ਚਾਹੁੰਦੇ ਵੀ ਨਹੀਂ। ਜਵਾਬ ਵਿੱਚ ਗੁਰੂ ਜੀ ਨੇ ਕਿਹਾ, ਸਮਾਂ ਆਵੇਗਾ ਤਦ ਇਸ ਗੱਲ ਦਾ ਰਹੱਸ ਜ਼ਾਹਰ ਕਰਨ ਵਾਲਾ ਆਪ ਹੀ ਇੱਥੇ ਆਵੇਗਾ। ਲਗਭਗ 1 ਮਹੀਨੇ ਦੇ ਬਾਅਦ ਭਾਈ ਕਟਾਰੂ ਜੀ ਛੁੱਟੀ ਲੈ ਕੇ ਕਾਬਲ ਵੱਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਏ ਅਤੇ ਉਹ ਗੁਰੂ ਚਰਨਾਂ ਵਿੱਚ ਨਮਸਤਕ ਹੋ ਕੇ ਦੰਡਵਤ ਪ੍ਰਣਾਮ ਕਰਨ ਲੱਗੇ। ਉਹਨਾਂ ਨੇ ਗੁਰੂਦੇਵ ਨੂੰ ਕਿਹਾ, ਤੁਸੀਂ ਮੇਰੇ ਜਿਹੇ ਛੋਟੇ ਪ੍ਰਾਣੀ ਦੀ ਲਾਜ ਹਾਕਿਮ ਦੇ ਦਰਬਾਰ ਵਿੱਚ ਸਾਰੇ ਵਿਰੋਧੀਆਂ ਦੇ ਵਿੱਚ ਰੱਖ ਲਈ। ਮੈਂ ਉਸ ਦੇ ਲਈ ਤੁਹਾਡਾ
ਹਮੇਸ਼ਾ ਕਰਜ਼ਦਾਰ ਰਹਾਂਗਾ। ਜਵਾਬ ਵਿੱਚ ਗੁਰੂ ਜੀ ਨੇ ਕਿਹਾ, ਵਾਸਤਵ ਵਿੱਚ ਤੁਹਾਡੀ ਅਰਦਾਸ ਅਤੇ ਸ਼ਰਧਾ ਰੰਗ ਲਿਆਈ ਸੀ। ਸਾਡਾ ਤਾਂ ਫਰਜ਼ ਹੈ ਭਗਤਾਂ ਦੀ ਔਖੇ ਸਮੇਂ ਵਿੱਚ ਸਹਾਇਤਾ ਕਰਨਾ।